ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਭਾਰਤ ਕੈਨੇਡਾ ਦੇ ਸੰਬੰਧਾਂ ਵਿੱਚ ਜੋ ਤਰੇੜ ਆਈ ਹੈ ਉਹ ਹਲੇ ਤੱਕ ਸੁਲਝੀ ਨਹੀਂ। ਉਹ ਤਰੇੜ ਨੂੰ ਖਤਮ ਕਰਨ ਵਿੱਚ ਕਈ ਕਠਿਨਾਈਆਂ ਦੋਨਾਂ ਮੁਲਕਾਂ ਦੇ ਸਾਹਮਣੇ ਆ ਰਹੀਆਂ ਹਨ ਅਤੇ ਦੋਨੋਂ ਮੁਲਕੀ ਇੱਕ ਦੂਜੇ ਨੂੰ ਨਿਯਮ ਸਮਝਾ ਰਹੇ ਹਨ ਜੋ ਇੰਟਰਨੈਸ਼ਨਲ ਲੈਵਲ ਦੇ ਦੋ ਮੁਲਕਾਂ ਦੇ ਰਿਸ਼ਤਿਆਂ ਵਿੱਚ ਲਾਗੂ ਹੁੰਦੇ ਹਨ ਕਿ ਉਹ ਉਹਨਾਂ ਅਧੀਨ ਭਾਰਤ ਨੂੰ ਸੋਚਣਾ ਚਾਹੀਦਾ। ਮੁੱਖ ਜੋ ਗੱਲ ਅੜੀ ਹੋਈ ਹੈ ਉਹ ਇਹ ਹੈ ਕਿ ਕੈਨੇਡਾ ਦੀ ਐਮਬੈਸੀ ਵਿੱਚ ਇਸ ਸਮੇਂ 61 ਡਿਪਲੋਮੇਟਸ ਕੰਮ ਕਰਦੇ ਹਨ। ਭਾਰਤ ਨੇ ਉਹਨਾਂ ਵਿੱਚੋਂ 41 ਡਿਪਲੋਮੇਟਸ ਨੂੰ ਵਾਪਸ ਜਾਣ ਲਈ ਕਿਹਾ, ਪਰ ਕੈਨੇਡਾ ਇਸ ਗਿਣਤੀ ਨਾਲ ਸਹਿਮਤ ਨਹੀਂ। ਚਾਹੇ ਉਹਨਾਂ ਨੇ ਕੁਝ ਆਪਣੇ ਜੋ ਡਿਪਲੋਮੇਟ ਹਨ ਉਹਨਾਂ ਨੂੰ ਮਲੇਸ਼ੀਆ ਤੇ ਸਿੰਗਾਪੁਰ ਦੀਆਂ ਆਪਣੀਆਂ ਹਾਈ ਕਮਿਸ਼ਨਾਂ 'ਚ ਸ਼ਿਫਟ ਕਰ ਦਿੱਤਾ ਹੈ, ਪਰ ਬਾਕੀ ਦੇ ਹਲੇ ਕਾਫੀ ਡਿਪਲੋਮੇਟ ਜਿਹੜੇ ਉਹ ਭਾਰਤ ਵਿੱਚ ਹੀ ਹਨ ਅਤੇ ਇਹਨਾਂ ਨੂੰ ਵਾਪਸ ਕਰਨ ਦੀ ਜੋ ਤਰੀਕ ਸੀਗੀ ਉਹ 10 ਅਕਤੂਬਰ ਜਿਹੜੀ ਹੈ ਉਹ ਲੰਘ ਗਈ ਹੈ। ਚਾਹੇ ਭਾਰਤ ਨੇ ਇਹ ਕਿਹਾ ਹੈ ਕਿ ਜਿਹੜੇ ਵੀ ਡਿਪਲੋਮੇਟ 10 ਅਕਤੂਬਰ ਤੋਂ ਬਾਅਦ ਭਾਰਤ ਵਿੱਚ ਰਹਿ ਜਾਣਗੇ ਉਹਨਾਂ ਨੂੰ ਇੰਟਰਨੈਸ਼ਨਲ ਕਨਵੈਨਸ਼ਨ ਦੇ ਅਧੀਨ ਨਾ ਸਿਕਿਉਰਿਟੀ ਅਤੇ ਸਹੂਲਤਾਂ ਬਾਰੇ ਨਹੀਂ ਦਿੱਤੀਆਂ ਜਾਣਗੀਆਂ। ਪਰ ਕੈਨੇਡਾ ਆਪਣੀ ਥਾਂ ਤੇ ਪੂਰਾ ਵਜਿੱਦ ਹੈ ਅਤੇ ਭਾਰਤ ਦੇ ਕੂਟਨੀਤੀਆਂ ਨਾਲ ਬਹਿਸ ਕਰ ਰਿਹਾ ਕਿ ਭਾਰਤ ਉਸ ਦੀ ਆਪ ਹੁਦਰੇ ਢੰਗ ਨਾਲ ਜੋ ਉਸ ਦੀ ਹਾਈ ਕਮਿਸ਼ਨ ਵਿੱਚ ਡਿਪਲੋਮੇਟ ਕੰਮ ਕਰਦੇ ਨੇ ਉਹਨਾਂ ਦੀ ਗਿਣਤੀ ਘਟਾਉਣ ਨੂੰ ਜਾਂ ਉਹਨਾਂ ਦੀ ਗਿਣਤੀ ਨੂੰ ਨਿਸ਼ਚਿਤ ਕਰਨ ਦਾ ਭਾਰਤ ਨੂੰ ਕੋਈ ਅਧਿਕਾਰ ਨਹੀਂ। ਉਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਕੀਤੀ ਹੈ ਕਿ ਉਹਨਾਂ ਨੇ ਵਿਆਨਾ ਕਨਵੈਨਸ਼ਨ ਨੂੰ ਕੋਟ ਕਰਕੇ ਤਾਂ ਭਾਰਤ ਨੇ ਕਿਹਾ ਹੈ ਕਿ ਇਸ ਕਨਵੈਨਸ਼ਨ ਮੁਤਾਬਕ ਦੋਨਾਂ ਮੁਲਕਾਂ ਦੇ ਡਿਪਲੋਮੇਟਸ ਦੀ ਗਿਣਤੀ ਇੱਕੋ ਜਿੰਨੀ ਹੋਣੀ ਚਾਹੀਦੀ ਹੈ। ਜੇ ਇਸ ਪਾਸੇ 21 ਹਨ ਜਿਵੇਂ ਕਿ ਭਾਰਤ ਦੇ ਹਨ ਕੈਨੇਡਾ ਵਿੱਚ ਓਟਾਵਾ 'ਚ ਇੰਡੀਅਨ ਹਾਈ ਕਮਿਸ਼ਨ ਵਿੱਚ, ਤਾਂ ਕੈਨੇਡਾ ਦਾ ਜੋ ਹਾਈ ਕਮਿਸ਼ਨ ਨਵੀਂ ਦਿੱਲੀ ਵਿੱਚ ਹੈ ਉਸ ਵਿੱਚ ਵੀ ਇੰਨੀ ਹੀ ਗਿਣਤੀ ਚਾਹੀਦੀ ਹੈ। ਸੋ ਕੈਨੇਡਾ ਇਸ ਗੱਲ ਤੇ ਐਗਰੀ ਨਹੀਂ ਕਰ ਰਿਹਾ। ਉਹਦੇ ਕਈ ਕਾਰਨ ਹਨ। ਉਹਦੇ ਕਾਰਨ ਇਹ ਹਨ ਕਿ ਕੋਈ 1.3 ਮਿਲੀਅਨ ਲੋਕ ਭਾਰਤੀ ਮੂਲ ਦੇ ਕੈਨੇਡਾ 'ਚ ਰਹਿੰਦੇ ਹਨ ਔਰ ਉਹਨਾਂ ਵਿੱਚ ਜੋ ਸਿੱਖਾਂ ਦੀ ਗਿਣਤੀ ਹੈ ਉਹ 7,70,000 ਹੈ। ਕੈਨੇਡਾ ਮੁਲਕ ਬਹੁਤ ਵੱਡਾ ਹੈ, ਇੰਡੀਆ ਨਾਲੋਂ 300 ਗੁਣਾ ਵੱਡਾ ਹੈ, ਪਰ ਉੱਥੋਂ ਦੀ ਆਬਾਦੀ 4 ਕਰੋੜ ਦੇ ਕਰੀਬ ਹੈ। ਉਹਦੇ ਵਿੱਚ ਜੋ ਭਾਰਤੀ ਮੂਲ ਦੇ ਲੋਕ ਹਨ ਉਹਨਾਂ ਦੀ ਇਕਾਨਮੀ ਨੂੰ ਵਿਕਸਿਤ ਕਰਨ ਵਿੱਚ ਹਰ ਪੱਧਰ ਤੇ ਯੋਗਦਾਨ ਪਾ ਰਹੇ ਹਨ। ਉਹਨਾਂ ਵਿੱਚ ਇੰਡੀਅਨ ਮੂਲ ਦੇ ਨਾਨ ਸਿੱਖ ਵੀ ਹਨ ਜਿਨ੍ਹਾਂ 'ਚ ਗੁਜਰਾਤੀ ਵੀ ਹਨ, ਤੈਮਿਲੀ ਵੀ ਹਨ ਤੇ ਹੋਰ ਸਟੇਟਾਂ 'ਚੋਂ ਯੂਪੀ ਬਿਹਾਰ 'ਚੋਂ ਲੋਕ ਹਨ। ਪਰ ਪੰਜਾਬ ਇਕੱਲੇ ਤੋਂ ਜੋ 7,70,000 ਹਨ ਉਹ ਇੱਕ ਆਪਣਾ ਯੋਗਦਾਨ ਕੈਨੇਡਾ ਦੀ ਇਕਾਨਮੀ 'ਚ ਪਾ ਰਹੇ ਹਨ। ਤੋ ਇਸ ਮੁੱਦੇ ਉੱਪਰ ਕੈਨੇਡਾ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਬਈ ਜੋ ਡਿਪਲੋਮੈਟਿਕ ਟਰੀਟੀਆਂ ਹਨ ਉਹਨਾਂ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਕੋਈ ਮੁਲਕ ਆਪ ਉਧਰੇ ਢੰਗ ਨਾਲ ਕਿਸੇ ਦੀ ਹਾਈ ਕਮਿਸ਼ਨ ਜਾਂ ਐਮਬੈਸੀ ਵਿੱਚ ਕਿੰਨੇ ਡਿਪਲੋਮੇਟ ਹੋਣੇ ਚਾਹੀਦੇ ਉਹਨਾਂ ਦੀ ਗਿਣਤੀ ਨਿਸ਼ਚਿਤ ਕਰ ਸਕੇ। ਤੋ ਇਸ ਉੱਪਰ ਜੋ ਜਿਹੜੀ ਬਹਿਸ ਚੱਲ ਰਹੀ ਹੈ
इस उपर हुण सारा दारोमदार अड़िया होया ते इंडिया भी एकदम स्टील की तरह खड़ा है। उन्हें स्टैंड ले लिया कि तुहानूं ये डिप्लोमेट इत्थों वापस ले जाने पैने। पर क्योंकि ये जो इत्थे कनेडियन गौरमेंट नूं ये पता है कि जिहड़ी माइग्रेशन इंडिया तो खास करके पंजाब तो हो रही है, वो माइग्रेशन जा जिहड़े विद्यार्थी इंडिया तो पढ़न जा रहे हैं, वो उन्हां दी एजुकेशन दी इकानमी च बड़ा वड्डा योगदान पाते हैं। क्योंकि जिहड़ियां कनेडा दीयां यूनिवर्सिटियां ते कॉलेजां दीयां फीसां हन, वो पंजाबी अपने इंडिया तो पैसे मंगा के डॉलरां च पे करते हैं। सो इस वेले कोई 2 लाख के करीब पंजाब तो विद्यार्थी कनेडा दियां यूनिवर्सिटियां ते कॉलेजां विच पढ़ रहे हैं। तो उन्हां दी फीस ते खर्चा रहन सहन का उन्हां दे पेरेंट्स मापे यानी पंजाब तो ही भेजते हैं। पंजाब दे बहुत सारे लोगों ने अपनियां जमीन जायदादां सोना और होर घर दियां बस्तां तक बेच दित्तियां, घर तक बेच दिते कि उन्हां दे बच्चे जिहड़े उन्होंने पढ़न पा दिते। उन्हां दा मुख उद्देश जिथे बच्चों नूं पढ़ाना है, उस नालों वड्डा उद्देश है कि इन्हां बच्चों नूं इमीग्रेशन मिल जाएगी और वो मुड़ के वापस नहीं आएंगे, तो उन्हां दे परिवार उत्थे सैटल हो जाएंगे। सो ये जो झगड़ा है, इस झगड़े विच पीटर बोहम जो चेयरमैन हैं कनेडियन सैनेट कमेटी ऑन फॉरेन अफेयर्स एंड इंटरनेशनल ट्रेड, उन्हां दे विचार जो फाइनेंशियल टाइम्स जिहड़ी लंडन की अखबार है उहदे विच छपे हैं, इंटरनेशनल लैवल ते बड़ी सत्कारतक इंग्लिश न्यूज़पेपर है, उहदे विच उन्हां दी स्टेटमेंट छपी है। उन्होंने ये कहा है कि जो ट्रीटी है उहदे विच किथे भी नहीं दसिया गया कि डिप्लोमेटां दी गिणती यानी जिहड़े डिप्लोमेट्स दोनों मुल्कां च काम करते हैं उन्हां दी गिनती बराबर होनी चाहिए है। उन्होंने ये कहा कि बिन दूसरा मुल्क किसी भी मुल्क की डिप्लोमेट की गिनती कितनी होनी चाहिए वो नहीं निश्चित कर सकता। अते इहदा कारण यह है कि हर हाई कमीशन ने या हर कंट्री ने अपनियां लोड़ां मुताबक उथे जो है स्टाफ रखना होंदा है। क्योंकि कनेडा विच जो इमीग्रेशन यानी जो माइग्रेशन हो रही है भारत तो खास करके पंजाब तो उहदी गिनती बहुत वड्डी है, तो इस करके वो गिनती तां नहीं घटाना चाहते क्योंकि जिहड़ा माइग्रेशन का लोगों का जिहड़ा इन्हां यूनिवर्सिटियां च उन्होंने एडमिशनां लैणियां और जिहड़े इमीग्रेंट बनने जां जिहड़े लोग सिटीजन बनने उन्हां दे काम दा जिहड़ा कागजी कार्रवाई है जिहड़ा इंडिया दी हाई कमीशन है कनेडा दी उहदे विच बड़े बंदे चाहिए कि ये फाइलां ये केस जल्दी तो जल्दी क्लीयर होण। जेकर कनेडा अपना स्टाफ घटा देंदा है तां जिहड़ी कनेडा विच जाण वाले लोकां दी चाहे वो पढ़ाई लई है चाहे वो इमीग्रेशन लई है उस दा गति उस बड़ी स्लो हो जाएगी। अतां दे लोकां नूं कई कई साल लटकदे रहना पेगा। इहदे विच एक ह्यूमन एलीमेंट भी है कि मानवता दे इस दिल नूं मद्देनज़र रखते हुए मनुखी लोगों की जिहड़ी बाहर जाण दी इच्छा है मानवता ह्यूमन राइट्स है उन्हां दा कनेडा जाना उस उपर भी थोड़ा जिहा प्रभाव पैंदा है। इसलिए कनेडा बजिद है कि उन्होंने अपनी जो कूटनीतक अफसरां की गिनती है डिप्लोमेट्स की उस नूं नहीं घटाना। हुण अगे गल जिहड़ी सीगी कि
ਇੰਡੀਆ ਤੇ ਕੈਨੇਡਾ ਆਪਣੀ ਹਰ ਐਕਟੀਵਿਟੀ ਨੂੰ ਪਬਲਿਕ ਕਰੀ ਜਾ ਰਹੇ ਸੀ, ਜਨਤਕ ਕਰੀ ਜਾ ਰਹੇ ਸੀ, ਜਿਸ ਕਰਕੇ ਦੋਨਾਂ ਮੁਲਕਾਂ ਦਾ ਬਹੁਤ ਨੁਕਸਾਨ ਹੋਇਆ। ਕਿਉਂਕਿ ਜਸਟਿਨ ਟਰੂਡੋ ਨੇ ਪਹਿਲਾਂ ਤਾਂ ਆਪਣੇ ਹਾਊਸ ਆਫ ਕਾਮਨ ਵਿੱਚ ਇਹ ਗੱਲ ਅਨਾਉਂਸ ਕਰ ਦਿੱਤੀ ਕਿ ਜਿਹੜਾ ਹਰਦੀਪ ਸਿੰਘ ਨਿੱਜਰ ਜੋ ਕਿ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਵੀ ਹੈ ਕੈਨੇਡਾ ਦਾ, ਅਤੇ ਉੱਥੋਂ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਜੋ ਸਰੀ ਵਿੱਚ ਹੈ ਉਸ ਦੇ ਉਹ ਪ੍ਰਧਾਨ ਵੀ ਸੀ, ਕਰਤਾ ਵੀ ਸੀ। ਉਸ ਦਾ ਜੋ ਕਤਲ ਹੋਇਆ ਉਹਦੇ ਉੱਪਰ ਟਰੂਡੋ ਨੇ ਜਿੱਥੇ ਆਪਣੀ ਹਾਊਸ ਆਫ ਕਾਮਨ 'ਚ ਭਾਰਤ ਸਰਕਾਰ ਦੀਆਂ ਏਜੰਸੀਆਂ ਤੇ ਸਿੱਧਾ ਦੋਸ਼ ਲਾਇਆ, ਉੱਥੇ ਉਹਨਾਂ ਨੇ ਜਦੋਂ G20 'ਚ ਇੰਡੀਆ ਆਏ ਤਾਂ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸਿੱਧਾ ਇਸ ਗੱਲ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਉਹਨਾਂ ਦੀਆਂ ਏਜੰਸੀਆਂ ਨੇ ਇਹ ਕੰਮ ਕੀਤਾ। ਇਹ ਗੱਲ ਇੱਥੇ ਨਹੀਂ ਰਹੀ, ਅਮਰੀਕਾ ਦੇ ਪ੍ਰਧਾਨ ਮੰਤਰੀ ਜੋ ਬਾਈਡਨ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਅਤੇ ਉਹਨਾਂ ਨੇ ਆਪਣਾ ਇਸ ਪ੍ਰਤੀ ਬੜਾ ਚਿੰਤਾ ਜ਼ਾਹਿਰ ਕੀਤੀ। ਇਸੇ ਤਰ੍ਹਾਂ ਹੀ ਆਸਟ੍ਰੇਲੀਆ ਤੇ UK ਦੇ ਪ੍ਰਾਈਮ ਮਿਨਿਸਟਰਾਂ ਨੇ ਵੀ ਇਸ ਨਿੱਜਰ ਦੀ ਘਟਨਾ ਬਾਰੇ ਜੋ ਕਤਲ ਹੋਇਆ ਤੇ ਜਿਹਦੇ ਪਿੱਛੇ ਏਜੰਸੀਆਂ ਭਾਰਤ ਦੀਆਂ ਦਾ ਹੱਥ ਕੈਨੇਡਾ ਲਗਾ ਰਿਹਾ ਕਿ ਹੈ, ਉਸ ਤੇ ਉਹਨਾਂ ਨੇ ਵੀ ਬੜੀ ਚਿੰਤਾ ਪ੍ਰਗਟ ਕੀਤੀ। ਪਰ ਹੁਣ ਜੋ ਇੱਕ ਗੁਪਤ ਮੀਟਿੰਗ ਜਦੋਂ ਪਿਛਲੇ ਮਹੀਨੇ 21, 22, 23 ਨੂੰ ਜਿਹੜਾ ਜਨਰਲ ਇਜਲਾਸ ਸੀਗਾ UNO ਦਾ, ਉੱਥੇ ਜਨਰਲ ਇਜਲਾਸ ਵਿੱਚ ਜੋ ਦੁਨੀਆ ਭਰ ਦੇ ਜੋ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਫੋਰਨ ਮਿਨਿਸਟਰ ਆਏ ਹੋਏ ਸੀਗੇ, ਉਸ ਵਿੱਚ ਮੀਟਿੰਗਾਂ ਜਿਹੜੀਆਂ ਸਾਈਡ ਲਾਈਨ ਤੇ ਸਾਰੇ ਦੇਸ਼ਾਂ ਦੀਆਂ ਹੁੰਦੀਆਂ ਹਨ, ਕੌਣ ਕਿਹਦੇ ਨਾਲ ਮੀਟਿੰਗਾਂ ਕਰਦਾ ਹੈ, ਹੋਟਲਾਂ 'ਚ ਮੀਟਿੰਗਾਂ ਹੋ ਜਾਂਦੀਆਂ ਤੇ ਇਹ ਗੁਪਤ ਰੱਖੀਆਂ ਜਾਂਦੀਆਂ। ਨਿਊਯਾਰਕ ਵਿੱਚ ਜਿੱਥੇ ਆਪਣੇ ਆਪਣੇ ਮੁਲਕ ਬਾਰੇ ਜੋ ਵਿਚਾਰ ਰੱਖੇ 78ਵੀਂ UNA ਦਾ ਜਨਰਲ ਇਜਲਾਸ ਜੋ ਕਿ ਸੀ, ਉਹਨੂੰ ਸੰਬੋਧਿਤ ਕਰਨ ਤੋਂ ਬਾਅਦ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਹੈ S ਜੈ ਸ਼ੰਕਰ ਅਤੇ ਕੈਨੇਡਾ ਦੀ ਫੋਰਨ ਮਿਨਿਸਟਰ ਮਲੀਨੀ ਜੋਲੀ, ਇਹਨਾਂ ਵਿੱਚ ਇੱਕ ਸੀਕ੍ਰੇਟ ਮੀਟਿੰਗ ਇਹਨਾਂ ਨੇ ਕੀਤੀ, ਜਿਸ ਵਿੱਚ ਕਿ ਇਹਨਾਂ ਨੇ ਯਤਨ ਕੀਤਾ ਕਿ ਵੀ ਜਿਹੜੀ ਇਹ ਭਾਰਤ ਤੇ ਕੈਨੇਡਾ ਦੇ ਜੋ ਰਿਸ਼ਤਿਆਂ ਵਿੱਚ ਗੰਢ ਪਈ ਹੈ, ਇਸ ਦੀਆਂ ਤੰਦਾਂ ਨੂੰ ਖੋਲ੍ਹਿਆ ਜਾਏ ਅਤੇ ਇਸ ਨੂੰ ਮੁੜ ਨਾਰਮਲ ਕੀਤਾ ਜਾਏ। ਇਸ ਵਿੱਚ ਯਤਨ ਸ਼ੁਰੂ ਹੋਇਆ ਔਰ ਇੱਥੇ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਹ ਪਹਿਲੀ ਵਾਰੀ ਹੋਇਆ ਕਿ ਮਿਲਾਨੀ ਜੋਲੀ ਨੇ ਇਹ ਗੱਲ ਕਹੀ ਹੈ ਕਿ ਇਹ ਅਸੀਂ ਸਾਡਾ ਪ੍ਰਾਈਵੇਟ ਹੈ, ਜੋ ਅਸੀਂ ਗੱਲਬਾਤ ਕੀਤੀ ਹੈ ਤੋ ਨਿੱਜੀ ਗੱਲਬਾਤ ਹੋਈ ਹੈ, ਉਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਔਰ ਇੱਦਾਂ ਦੇ ਹੀ ਬਿਆਨ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਨੇ ਵੀ ਦਿੱਤੇ ਹਨ, ਪਰ ਫਿਰ ਵੀ ਸਾਰੀ ਦੁਨੀਆ ਦੀਆਂ ਅਖਬਾਰਾਂ ਵਿੱਚ ਇਸ ਗੁਪਤ ਮੀਟਿੰਗ ਬਾਰੇ ਖਬਰਾਂ ਵੀ ਛਪੀਆਂ ਹਨ ਤੇ ਚਰਚੇ ਵੀ ਹਨ। ਅਤੇ ਇਹ ਜੋ ਫਾਈਨੈਂਸ਼ੀਅਲ ਟਾਈਮ ਹੈ ਉਸ ਨੇ ਤੇ ਇਹਨਾਂ ਦੀ ਆਪੋ ਵਿੱਚ ਜਿੱਥੇ ਗੱਲਬਾਤ ਜਿਹੜੇ ਮੁੱਦੇ ਤੇ ਰੁਕੀ ਹੋਈ ਹੈ ਉਸ ਬਾਰੇ ਵੀ ਜਿਹੜੀ ਮੈਂ ਉੱਪਰ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਦਿੱਤੀ ਹੈ ਕਿ ਵੀ ਭਾਰਤ ਕਹਿੰਦਾ ਤੁਸੀਂ ਆਪਣਾ ਸਟਾਫ ਘਟਾਓ, ਪਰ ਕੈਨੇਡਾ ਜਿਹੜਾ ਉਹ ਸਟਾਫ ਘਟਾਉਣ ਲਈ ਰਾਜੀ ਨਹੀਂ। ਅਤੇ ਹੁਣ ਗੱਲ ਇਹ ਹੈ ਕਿ ਜਸਟਿਨ ਟਰੂਡੋ ਨੇ ਵੀ ਜੋ ਆਪਣੀਆਂ ਸਟੇਟਮੈਂਟ ਦਿੱਤੀਆਂ ਹਨ, ਕੈਨੇਡਾ ਦੇ ਉਹ ਪ੍ਰਾਈਮ ਮਿਨਿਸਟਰ ਹਨ, ਉਹਨਾਂ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਬਹੁਤ ਚੰਗੇ ਸੰਬੰਧ ਰੱਖਣ ਦੇ ਉਹਨਾਂ ਦੀ ਮਰਜ਼ੀ ਹੈ ਅਤੇ ਉਹ ਜਲਦੀ ਇਹਨਾਂ ਨੂੰ ਸੁਧਾਰਨਾ ਚਾਹੁੰਦੇ ਹਨ।
ਅਤੇ ਇੱਥੇ ਗੱਲ ਨਿਪਟਾਈ ਨਹੀਂ ਉਹਨਾਂ ਨੇ, ਕਿਉਂਕਿ ਇੰਡੀਆ ਤੇ ਕੈਨੇਡਾ ਦਾ ਜੋ ਰਿਸ਼ਤਾ ਖਰਾਬ ਹੋਇਆ, ਉਸ ਨੂੰ ਕੈਨੇਡਾ ਆਪਣੇ ਆਪਣੇ ਢੰਗ ਨਾਲ ਡਿਪਲੋਮੈਟਿਕ ਸਰਕਲ ਰਾਹੀਂ ਹੋਰਾਂ ਦੇਸ਼ਾਂ ਨੂੰ ਵੀ ਉਹਦੇ ਬਾਰੇ ਸੂਚਨਾ ਦੇ ਰਿਹਾ ਹੈ, ਸਾਰੇ ਤੱਥ ਪੇਸ਼ ਕਰ ਰਿਹਾ ਹੈ, ਔਰ ਆਪਣਾ ਕੈਨੇਡਾ ਦਾ ਕੀ ਸਟੈਂਡ ਹੈ ਉਹ ਵੀ ਦੱਸ ਰਿਹਾ। ਯਾਨੀ ਕਿ ਟਰੂਡੋ ਨੇ ਇੱਥੇ ਤੱਕ ਕਿਹਾ ਹੈ ਕਿ ਜਾਰਡਨ ਦੇ ਜੋ ਕਿੰਗ ਹਨ ਅਬਦੁੱਲਾ II ਬਿਨ ਅਲ ਹੁਸੈਨ, ਉਹਨਾਂ ਨਾਲ ਵੀ ਉਹਨਾਂ ਨੇ ਭਾਰਤ ਦੇ ਇਸ ਮੁੱਦੇ ਦੀ ਗੱਲਬਾਤ ਦੀ ਸਾਂਝ ਪਾਈ ਹੈ। ਫਿਰ ਉਹਨਾਂ ਨੇ UAE ਦੇ ਯਾਨੀ ਯੂਨਾਈਟਿਡ ਅਰਬ ਐਮੀਰੇਟਸ ਦੇ ਪ੍ਰੈਜ਼ੀਡੈਂਟ ਸ਼ੇਖ ਮੁਹੰਮਦ ਬਿਨ ਜਾਇਦ ਨਾਲ ਵੀ ਕੈਨੇਡਾ ਭਾਰਤੀ ਰਿਸ਼ਤਿਆਂ ਵਿੱਚ ਤਰੇੜਾਂ ਤੇ ਕਿਵੇਂ ਉਹਨਾਂ ਨੇ ਦੋਸ਼ ਲਾਇਆ ਕਿ ਜੋ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਹਦੇ ਪਿੱਛੇ ਭਾਰਤੀ ਏਜੰਸੀਆਂ ਦਾ ਵੀ ਹੱਥ ਹੈ। ਇਸ ਬਾਰੇ ਕੈਨੇਡਾ ਦੀ ਸਰਕਾਰ ਵੱਖ-ਵੱਖ ਲੈਵਲ ਤੇ ਦੁਨੀਆ ਭਰ ਦੇ ਮੁਲਕਾਂ ਨਾਲ ਇਸ ਗੱਲ ਨੂੰ, ਇਸ ਮੁੱਦੇ ਨੂੰ ਉਠਾ ਰਹੀ ਹੈ, ਇਸ ਮੁੱਦੇ ਨੂੰ ਸਪਸ਼ਟ ਕਰ ਰਹੀ ਹੈ। ਔਰ ਭਾਰਤ ਆਪਣੀ ਥਾਂ ਤੇ ਇਸ ਗੱਲ ਤੇ ਬਿਲਕੁਲ ਵਜਿੱਦ ਹੈ, ਔਰ ਉਹਨਾਂ ਨੇ ਜੋ ਕੈਨੇਡੀਅਨ ਨੂੰ ਵੀਜ਼ੇ ਦੇਣੇ ਬੰਦ ਕੀਤੇ ਹਨ ਉਹਦਾ ਵੀ ਪ੍ਰਭਾਵ ਪੈ ਰਿਹਾ ਹੈ, ਕਿਉਂਕਿ ਬਹੁਤ ਸਾਰੇ ਭਾਰਤੀ ਜੋ ਹਨ ਉਹ ਦੀਵਾਲੀ ਤੇ ਔਰ ਇਹਨਾਂ ਫੈਸਟੀਵਲ ਸੀਜ਼ਨ ਵਿੱਚ ਭਾਰਤ ਵਿੱਚ ਆਉਂਦੇ ਹਨ, ਅਤੇ ਪੰਜਾਬ ਵਿੱਚ ਵੀ ਵਿਆਹ ਸ਼ਾਦੀਆਂ ਦਾ ਹੁਣ ਦਿਨ ਸ਼ੁਰੂ ਹੋ ਰਹੇ ਹਨ। ਤੇ ਇਸੇ ਪ੍ਰਕਾਰ ਦੂਸਰੀਆਂ ਸਟੇਟਾਂ ਵਿੱਚ ਵੀ, ਸਾਰੇ ਪ੍ਰਾਂਤ ਵਿੱਚ ਵਿਆਹਾਂ ਦੇ ਦਿਨ ਹਨ, ਤਾਂ ਉਹਨਾਂ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਹਨ ਉਹ ਇੰਡੀਆ ਆਉਣਾ ਚਾਹੁੰਦੇ ਹਨ, ਔਰ ਉਸ ਲਈ ਜੋ ਵੀਜ਼ੇ ਬੰਦ ਕੀਤੇ ਗਏ ਹਨ ਉਸ ਦਾ ਪੰਜਾਬ ਦੇ ਲੋਕਾਂ ਉੱਤੇ ਬਹੁਤ ਜ਼ਿਆਦਾ ਅਸਰ ਪਏਗਾ, ਅਤੇ ਜੋ ਸਟਾਫ ਵੀ ਘਟਾਇਆ ਉਹਦਾ ਵੀ ਪੰਜਾਬ ਦੀ ਲੋਕਾਂ ਤੇ ਜੋ ਉਹਦੇ ਕੈਨੇਡਾ ਵਿੱਚ ਸੈਟਲ ਹੋਣਾ ਚਾਹੁੰਦੇ ਹਨ ਉਹਨਾਂ ਦੇ ਕੇਸ ਲਮਕਣਗੇ। ਸੋ ਇਹ ਜੋ ਹੁਣ ਸਾਰਾ ਕੁਝ ਇੱਕ ਸਟੇਲਮੇਟ ਜਿਹਾ ਹੋਇਆ ਕਿ ਦੋਨੋਂ ਮੁਲਕ ਆਪਣੀ ਆਪਣੀ ਥਾਂ ਅੜੇ ਹੋਏ ਹਨ, ਪਰ ਪਤਾ ਇਹ ਵੀ ਲੱਗਾ ਕਿ UK ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਤੇ ਕੈਨੇਡਾ ਨੂੰ ਇਸ ਗੱਲ ਦਾ ਸੁਝਾਅ ਦਿੱਤਾ ਕਿ ਉਹ ਆਪਣੇ ਸਬੰਧ ਜਲਦੀ ਤੋਂ ਜਲਦੀ ਜਿਹੜੇ ਉਹ ਨਾਰਮਲ ਕਰਨ, ਤਾਂ ਜੇ ਇਹ ਜੋ ਇੱਕ ਮੁੱਦਾ ਖੜਾ ਹੈ ਵਿਸ਼ਵ ਪੱਧਰ ਤੇ ਇਸ ਦਾ ਸਮਾਧਾਨ ਹੋ ਸਕੇ। ਸੋ ਇਸ ਚਰਚਾ ਨੂੰ ਇੱਥੇ ਖਤਮ ਕਰਦੇ ਹਾਂ, ਅਤੇ ਉਮੀਦ ਕਰਦੇ ਹਾਂ ਇਹ ਚਰਚਾ ਤੁਹਾਨੂੰ ਪਸੰਦ ਆਈ ਹੋਵੇਗੀ। ਇਸ ਚਰਚਾ ਨੂੰ ਤੁਸੀਂ ਆਪਣੇ ਸਾਕ ਸੰਬੰਧੀਆਂ ਮਿੱਤਰਾਂ ਨਾਲ ਸਾਂਝੀ ਕਰੋ, ਅਤੇ ਵੱਧ ਤੋਂ ਵੱਧ ਲੋਕਾਂ ਤੱਕ ਇਸ ਸਟੋਰੀ ਨੂੰ, ਇਸ ਵੀਡੀਓ ਨੂੰ ਸ਼ੇਅਰ ਕਰੋ। ਅਤੇ ਜੇਕਰ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੰਮ੍ਰਿਤ ਪ੍ਰਸਾਰ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਨਾਲ ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ, ਅਤੇ ਇਸ ਨਾਲ ਤੁਹਾਨੂੰ ਆਜ਼ਾਦ ਪੱਤਰਕਾਰੀ ਵੱਲੋਂ ਕੀਤਾ ਜਾਂਦਾ ਕੰਮ ਵੀ ਤੁਹਾਡੇ ਤੱਕ ਸਿੱਧਾ ਪਹੁੰਚਦਾ। ਇਹਨਾਂ ਸ਼ਬਦਾਂ ਨਾਲ ਇਸ ਦੀ ਚਰਚਾ ਨੂੰ ਮੈਂ ਸਮਾਪਤ ਕਰਦਾ। ਸਤਿ ਸ੍ਰੀ ਅਕਾਲ।